ਚੰਨੀ ਸਰਕਾਰ ਦੇ 100 ਦਿਨ ਪੂਰੇ ਹੋਣ ਤੇ ਸੀਐਮ ਚੰਨੀ ਨੇ ਲਾਈਵ ਹੋ ਕੇ ਸੁਣੇ ਲੋਕਾਂ ਦੇ ਮਸਲੇ ਤੁਰੰਤ ਹੱਲ ਕਰਨ ਦਾ ਦਿੱਤਾ ਭਰੋਸਾ। ਦੁਪਹਿਰ ਕਰੀਬ 3 ਵਜੇ ਸੀਐਮ ਪੇਸ਼ ਕਰਨਗੇ ਰਿਪੋਰਟ ਕਾਰਡ। ਚੋਣਾਂ ਨਹੀਂ ਲੜਨਗੇ ਰਾਕੇਸ਼ ਟਕੈਤ ਨਿਊਜ਼ 18 ਤੇ ਐਕਸਕਲੂਸਿਵ ਗੱਲਬਾਤ ਦੇ ਵਿੱਚ ਬੋਲੇ। ਹਾਲੇ ਕਿਸਾਨਾਂ ਦੇ ਲਈ ਬਹੁਤ ਕੁਝ ਕਰਨਾ ਬਾਕੀ, ਚੋਣਾਂ ਲੜ ਰਹੇ 22 ਕਿਸਾਨ ਜਥੇਬੰਦੀਆਂ ਤੇ ਵੀ ਕੱਸਿਆ ਤੰਜ। ਲੁਧਿਆਣਾ ਬੰਬ ਧਮਾਕੇ ਦੇ ਵਿੱਚ ਹੋਇਆ ਵੱਡਾ ਖੁਲਾਸਾ। 4 ਦਸੰਬਰ ਦੀ ਸੁਖਬੀਰ ਦੀ ਰੈਲੀ ਦੇ ਵਿੱਚ ਨਜ਼ਰ ਆਇਆ ਸੀ ਮੁਲਜ਼ਮ ਗਗਨਦੀਪ। ਮਹਿਲਾ ਸਾਥੀ ਦੀ ਵੀ ਰੈਲੀ ਦੇ ਵਿੱਚ ਸੀ ਡਿਊਟੀ। ਵੱਡਾ ਸਵਾਲ ਕਿ ਸਲੀਪਰ ਸੈੱਲ ਦੀ ਨਜ਼ਰ 'ਚ ਨੇ VVIP। 2022 ਦੇ ਪਹਿਲੇ ਦਿਨ ਵੀ ਵੈਸ਼ਨੋ ਦੇਵੀ ਮੰਦਿਰ ਦੇ ਵਿੱਚ ਭਿਆਨਕ ਹਾਦਸਾ। ਭਗਦੜ ਦੇ ਵਿੱਚ 12 ਲੋਕਾਂ ਦੀ ਮੌਤ, 13 ਜ਼ਖਮੀ। ਜਾਂਚ ਦੇ ਲਈ ਹਾਈ ਲੈਵਲ ਕਮੇਟੀ ਦਾ ਗਠਨ। ਪ੍ਰਧਾਨ ਮੰਤਰੀ ਮੋਦੀ ਨੇ ਵੈਸ਼ਨੋ ਦੇਵੀ ਹਾਦਸੇ ਤੇ ਜਤਾਇਆ ਡੂੰਘਾ ਦੁੱਖ। PM ਰਿਲੀਫ ਫੰਡ ਦੇ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ 2-2 ਲੱਖ ਦੇ ਮੁਆਵਜ਼ੇ ਦਾ ਐਲਾਨ। LG ਦੇ ਵੱਲੋਂ 10 ਲੱਖ ਦੀ ਮਦਦ। ਵੈਕਸੀਨੇਸ਼ਨ ਦੇ ਲਈ ਅੱਜ ਤੋਂ 15 ਤੋਂ 18 ਸਾਲ ਦੇ ਬੱਚਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ। ਕੋਵਿਨ ਐਪ ਤੇ 10ਵੀਂ ਦੀ ਮਾਰਕਸ਼ੀਟ ਜਾਂ ਆਧਾਰ ਕਾਰਡ ਰਾਹੀਂ ਹੋਵੇਗੀ ਰਜਿਸਟ੍ਰੇਸ਼ਨ। 3 ਜਨਵਰੀ ਤੋਂ ਹੋਵੇਗਾ ਟੀਕਾਕਰਨ। ਨਵੇਂ ਸਾਲ ਦੇ ਆਗਮਨ ਤੇ ਆਸਥਾ ਦਾ ਸਲਾਬ। ਹਰਮੰਦਰ ਸਾਹਿਬ ਦੇ ਵਿੱਚ ਵੱਡੀ ਗਿਣਤੀ 'ਚ ਨਤਮਸਤਕ ਹੋ ਰਹੇ ਸ਼ਰਧਾਲੂ। ਸਿਆਸੀ ਹਸਤੀਆਂ ਵੀ ਭਰ ਰਹੀਆਂ ਹਾਸੇ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸਭ ਤੋਂ ਪਹਿਲਾਂ ਸਾਰੇ ਹੀ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਾਂਗੇ ਲੁਧਿਆਣਾ ਬੰਬ ਧਮਾਕੇ ਤੋਂ। ਲੁਧਿਆਣਾ ਬੰਬ ਧਮਾਕੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਦੱਸਦੀ ਕਿ ਅਕਾਲੀ ਦਲ ਦੀ ਰੈਲੀ ਦੇ ਵਿੱਚ ਮੁਲਜ਼ਮ ਗਗਨਦੀਪ ਨਜ਼ਰ ਆਇਆ ਸੀ। 4 ਦਸੰਬਰ ਨੂੰ ਖੰਨਾ ਦੇ ਵਿੱਚ ਸੁਖਬੀਰ ਬਾਦਲ ਦੀ ਇਹ ਰੈਲੀ ਸੀ ਔਰ ਰੈਲੀ ਦੇ ਮੁੱਖ ਗੇਟ ਦੇ ਕੋਲ ਮੁਲਜ਼ਮ ਗਗਨਦੀਪ ਖੜਾ ਸੀ। ਰੈਲੀ ਦੇ ਵਿੱਚ ਮਹਿਲਾ ਸਾਥੀ ਜੋ ਹੈ ਕਾਂਸਟੇਬਲ ਕਮਲਜੀਤ ਕੌਰ, ਉਸਦੀ ਵੀ ਡਿਊਟੀ ਸੀ, ਉਹ ਵੀ ਡਿਊਟੀ ਤੇ ਤੈਨਾਤ ਸੀ। ਗਗਨਦੀਪ ਵਿਦੇਸ਼ੀ ਅਤਵਾਦੀਆਂ ਦੇ ਸੰਪਰਕ ਦੇ ਵਿੱਚ ਸੀ ਅਤੇ ਸੁਖਬੀਰ ਦੀ ਰੈਲੀ ਦੇ ਵਿੱਚ ਉਸਤੇ ਨਜ਼ਰ ਆਉਣ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਉੱਠਦੇ ਨਜ਼ਰ ਆ ਰਹੇ ਨੇ। ਇਹ ਵੀ ਸਵਾਲ ਉੱਠਦਾ ਕਿ VVIP ਤੇ ਸਲੀਪਰ ਸੈੱਲ ਦੀ ਨਜ਼ਰ ਹੈ। ਇਹ ਸਵਾਲ ਵੱਡਾ ਉੱਠਿਆ ਕਿਉਂਕਿ ਗਗਨਦੀਪ ਦੇ ਵੱਲੋਂ ਹੀ ਉਹ ਧਮਾਕੇ ਨੂੰ ਅੰਜਾਮ ਦਿੱਤਾ ਗਿਆ ਸੀ, ਜੋ ਹੁਣ ਤੱਕ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ। ਮੁੱਖ ਮੁਲਜ਼ਮ ਗਗਨਦੀਪ ਹੀ ਹੈ ਔਰ ਜੋ ਉਸ ਦੇ ਵਿੱਚ ਖੁਦ ਮਾਰਿਆ ਗਿਆ। ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਕਨੈਕਸ਼ਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਵਿਦੇਸ਼ਾਂ ਦੇ ਵਿੱਚ ਇਹ ਕਨੈਕਸ਼ਨ ਸਾਹਮਣੇ ਆਏ ਨੇ ਔਰ ਖਾਸ ਤੌਰ ਤੇ ਹੁਣੇ ਵੱਡਾ ਇੱਕ ਖੁਲਾਸਾ ਹੋਇਆ ਕਿ ਸੁਖਬੀਰ ਬਾਦਲ ਉਹਨਾਂ ਦੀ 4 ਦਸੰਬਰ ਦੀ ਰੈਲੀ ਦੇ ਵਿੱਚ ਵੀ ਗਗਨਦੀਪ ਜਿਹੜਾ ਉਹ ਗਿਆ ਸੀ ਔਰ ਮੁੱਖ ਗੇਟ ਤੇ ਨਜ਼ਰ ਆਇਆ ਔਰ ਉਸਦੀ ਮਹਿਲਾ ਸਾਥੀ ਜਿਹੜੀ ਹੈ ਜੋ ਔਨ ਡਿਊਟੀ ਸੀ ਉਸ ਵੇਲੇ ਖੰਨਾ ਪੁਲਿਸ ਥਾਣੇ ਦੇ ਵਿੱਚ ਤੈਨਾਤ ਸੀ। ਹਾਲਾਂਕਿ ਹੁਣ ਤਾਂ ਉਸ ਨੂੰ ਫਿਲਹਾਲ ਬਰਖਾਸਤ ਕਰ ਦਿੱਤਾ ਗਿਆ, ਸਸਪੈਂਡ ਕਰ ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਹੁਣ ਦੀ ਅਗਰ ਇਸ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿ VVIP ਜਿਹੜੇ ਲੋਕ ਨੇ ਯਾਨੀ ਕਿ ਵੱਡੇ ਸਿਆਸੀ ਲੀਡਰ ਨੇ, ਜਾਨੀਆਂ ਮਾਨੀਆਂ ਹਸਤੀਆਂ ਨੇ, ਕਿ ਉਹਨਾਂ ਦੀ ਨਜ਼ਰ ਦੇ ਵਿੱਚ ਆ ਚੁੱਕੇ ਨੇ, ਸਲੀਪਰ ਸੈੱਲ ਦੀ ਨਜ਼ਰ ਦੇ ਵਿੱਚ ਆ ਚੁੱਕੇ ਨੇ VVIP। ਸਵਾਲ ਇੱਥੇ ਵੱਡਾ ਖੜਾ ਹੋ ਰਿਹਾ ਔਰ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਹੋਰ ਅਹਿਮ ਸਵਾਲ ਨੇ ਕਿਉਂਕਿ ਅਜੇ ਹੋਰ ਵੀ ਚੋਣਾਂ ਦੇ ਮੱਦੇਨਜ਼ਰ ਜਿਹੜਾ ਇਕੱਠ ਹੋਣੇ ਨੇ ਔਰ ਰੈਲੀਆਂ ਹੋਣੀਆਂ ਨੇ ਕਿ ਅਜਿਹਾ ਜੇਕਰ ਕੁਝ ਹੈ ਤਾਂ ਸੁਭਾਵਿਕ ਤੌਰ ਤੇ ਸਵਾਲੀਆ ਨਿਸ਼ਾਨ ਲੱਗਦਾ ਔਰ ਸੁਰੱਖਿਆ ਨੂੰ ਲੈ ਕੇ। ਦੱਸਦੇ ਕਿ ਲੁਧਿਆਣਾ ਬਲਾਸਟ ਹੋਇਆ ਜਿਸ ਦੇ ਵਿੱਚ ਇੱਕ ਜਣੇ ਦੀ ਮੌਤ ਹੋਈ ਸੀ ਔਰ ਕਈ ਜਣੇ ਜ਼ਖਮੀ ਹੋਏ ਸਨ, ਪਰ ਜਿਸ ਦੀ ਮੌਤ ਹੋਈ ਸੀ ਉਹ ਖੁਦ ਹੀ ਇਹ ਗਗਨਦੀਪ ਸੀ। ਸੋ ਜਿਸ ਤੋਂ ਬਾਅਦ ਜੋ ਜਾਂਚ ਵਿੱਚ ਸਾਹਮਣੇ ਆਇਆ DGP ਦੀ ਜਾਣਕਾਰੀ ਦੇ ਮੁਤਾਬਿਕ ਤਾਂ ਹੋ ਸਕਦਾ ਹੈ ਕਿ ਧਮਾਕਾ ਅਜੇ ਕਰਨਾ ਹੋਵੇ ਪਰ ਕਿਸੇ ਟੈਕਨੀਕਲ ਫਾਲਟ ਕਰਕੇ ਹੀ ਖੁਦ ਹੀ ਗਗਨਦੀਪ ਤੇ ਉਹ ਬਲਾਸਟ ਹੋ ਗਿਆ ਸੀ, ਜਿਸ ਦੇ ਵਿੱਚ ਕਹਿ ਸਕਦੇ ਆ ਉਸੇ ਦੀ ਹੀ ਮੌਤ ਹੋਈ, ਹੋਰ ਕਿਸੇ ਦੀ ਮੌਤ ਨਹੀਂ ਹੋਈ। ਤਾਂ ਵੱਡਾ ਬਚਾਅ ਵੀ ਹੋਇਆ ਪਰ ਜਿਸ ਤੋਂ ਬਾਅਦ ਹੁਣ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕਾਂ ਦੇ ਨਾਲ ਸੰਪਰਕ ਹੈਗੇ ਨੇ ਗਗਨਦੀਪ ਦੇ। ਔਰ ਬਾਕੀ ਜੇਕਰ ਗੱਲ ਕੀਤੀ ਜਾਵੇ ਤਾਂ ਜਸਵਿੰਦਰ ਮੁਲਤਾਨੀ ਜੋ ਕਿ ਗੁਰਪਤਵੰਤ ਪੰਨੂ ਦਾ ਬਿਲਕੁਲ ਕਰੀਬੀ ਹੈ, ਉਸ ਦੇ ਨਾਲ ਸੰਪਰਕ ਔਰ ਡੋਂਗਲ ਤੋਂ ਮਿਲੇ ਹੋਏ ਕੁਝ ਅਜਿਹੇ ਸਬੂਤ, ਜਾਣਕਾਰੀਆਂ ਮਿਲੀਆਂ ਹੋਈਆਂ, ਖਾਤਿਆਂ ਦੇ ਵਿੱਚ ਪੈਸੇ ਪਾਉਣਾ ਗਗਨਦੀਪ ਦੀ ਪਤਨੀ ਦੇ ਔਰ ਉਸ ਮਹਿਲਾ ਸਾਥੀ ਦੇ। ਸੋ ਸਾਫ਼ ਤੌਰ ਤੇ ਅੰਦਾਜ਼ਾ ਲੱਗ ਰਿਹਾ ਕਿ ਆਖਿਰਕਾਰ ਇੱਕ ਵੱਡਾ ਨੈਟਵਰਕ ਹੈ ਜਿਸ ਦੀ ਏਜੰਸੀ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। NIA ਦੇ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਸਾਰਾ ਕੁਝ ਕਰਨ ਦੀ ਪਲੈਨਿੰਗ ਸੀਗੀ ਤੇ ਬਾਕੀ ਹੋਰ ਕੀ ਕੁਝ ਅਜੇ ਰਹਿੰਦਾ ਹੈ, ਯਾਨੀ ਕਿ ਜੋ ਹੋਰ ਵੀ ਅੱਗੇ ਵਾਸਤੇ ਭਵਿੱਖ ਵਾਸਤੇ ਸੋਚਿਆ ਗਿਆ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦੇਣਾ। ਸੋ ਜਿਸ ਤੋਂ ਬਾਅਦ ਹੁਣ ਵੱਡਾ ਖੁਲਾਸਾ ਹੁੰਦਾ ਕਿ 4 ਦਸੰਬਰ ਨੂੰ ਜਿਹੜੀ ਖੰਨਾ ਦੇ ਵਿੱਚ ਸੁਖਬੀਰ ਬਾਦਲ ਦੀ ਰੈਲੀ ਸੀਗੀ ਉਸ ਦੇ ਵਿੱਚ ਗਗਨਦੀਪ ਮੌਜੂਦ ਨਜ਼ਰ ਆਇਆ ਔਰ ਮਹਿਲਾ ਸਾਥੀ ਵੀ ਜਿਹੜੀ ਹੈ ਉੱਥੇ ਹੀ ਔਨ ਡਿਊਟੀ ਸੀ। ਸੋ ਕਈ ਤਰ੍ਹਾਂ ਦੇ ਅਹਿਮ ਖੁਲਾਸੇ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਕੋਰਟ ਕੰਪਲੈਕਸ ਲੁਧਿਆਣਾ ਦੇ ਧਮਾਕਾ ਹੋਇਆ
और ਇਹ ਵੱਡਾ ਧਮਾਕਾ ਹੋਇਆ। ਇਸ ਵੱਡੇ ਧਮਾਕੇ ਨੇ ਸਭ ਨੂੰ ਦਹਿਲਾ ਕੇ ਰੱਖ ਦਿੱਤਾ। ਸਵਾਲ ਕਈ ਤਰ੍ਹਾਂ ਦੇ ਵੱਡੇ ਖੜੇ ਕਰ ਦਿੱਤੇ ਕਿ ਆਖਰਕਾਰ ਕਿਸ ਦੀ ਸੋਚੀ ਸਮਝੀ ਸਾਜ਼ਿਸ਼ ਹੈ ਤੇ ਕਿਉਂ ਕਿਸੇ ਦੇ ਵੱਲੋਂ ਇਹ ਅਜਿਹਾ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਜਿਸ ਤੋਂ ਬਾਅਦ ਹੁਣੇ ਅਹਿਮ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ। ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਗਗਨਦੀਪ ਜੋ ਕਿ ਖੁਦ ਵੀ ਇੱਕ ਪੁਲਿਸ ਮੁਲਾਜ਼ਮ ਸੀਗਾ, ਪਰ 2019 ਦੇ ਵਿੱਚ ਜੋ ਡਰੱਗ ਕਨੈਕਸ਼ਨ ਸਾਹਮਣੇ ਆਇਆ ਤਾਂ ਉਸਦੇ ਕਰਕੇ ਬਰਖਾਸਤ ਕਰ ਦਿੱਤਾ ਗਿਆ ਉਸ ਨੂੰ, ਔਰ ਉਸ ਤੋਂ ਬਾਅਦ ਉਹ 2 ਸਾਲ ਜੇਲ੍ਹ ਦੇ ਵਿੱਚ ਵੀ ਰਿਹਾ, ਪਰ ਫਿਲਹਾਲ ਜ਼ਮਾਨਤ ਤੇ ਚੱਲ ਰਿਹਾ ਸੀ। ਔਰ ਜੋ ਜਾਣਕਾਰੀ ਬਾਅਦ ਦੇ ਵਿੱਚ ਮਿਲੀ ਹੈ ਕਿ ਅਜਿਹਾ ਉਸਦਾ ਕਨੈਕਸ਼ਨ ਹੋਇਆ ਜੇਲ੍ਹ ਦੇ ਵਿੱਚ ਜਦੋਂ ਮੌਜੂਦ ਸੀਗਾ ਡਰੱਗ ਤਸਕਰਾਂ ਦੇ ਨਾਲ, ਹੋਰ ਲੋਕਾਂ ਦੇ ਨਾਲ, ਗੈਂਗਸਟਰਾਂ ਦੇ ਨਾਲ ਅਜਿਹੇ ਸੰਪਰਕ ਹੋਏ ਕਿ ਇੱਕ ਵੱਡਾ ਨੈਟਵਰਕ ਬਣਿਆ ਔਰ ਉਹ ਸੰਪਰਕ ਦੇ ਵਿੱਚ ਜ਼ਰੂਰ ਆਇਆ ਤੇ ਬਾਅਦ ਦੇ ਵਿੱਚ ਉਸਦੇ ਜਿਹੜੇ ਨੇ ਉਹ ਅਜਿਹੇ ਨਿਸ਼ਾਨੇ ਜਿਹੜੇ ਤੈਅ ਕੀਤੇ ਗਏ ਕਿ ਬਲਾਸਟ ਤੱਕ ਕਰ ਦਿੱਤਾ ਗਿਆ ਔਰ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਉਹ ਪੇਸ਼ੀ ਤੇ ਜ਼ਰੂਰ ਜਾਂਦਾ ਸੀਗਾ। ਪਰ ਹਾਲ ਹੀ ਦੇ ਵਿੱਚ ਜੋ ਇਹ ਜਾਣਕਾਰੀ ਆਈ ਹੈ ਕਿ ਆਖਰਕਾਰ ਸੁਖਬੀਰ ਬਾਦਲ ਉਹਨਾਂ ਦੀ ਰੈਲੀ ਦੇ ਵਿੱਚ ਜਿਹੜਾ ਉਹ ਨਜ਼ਰ ਆਇਆ ਔਰ ਆਖਿਰਕਾਰ ਕੀ ਕੁਝ ਅਪਡੇਟਸ ਨੇ ਸਦਾ ਚੱਲਦੇ ਖੰਨਾ ਗੁਰਦੀਪ ਸਿੰਘ ਨੇ ਸਾਡੇ ਨਾਲ ਜ਼ਿਆਦਾ ਗੱਲਬਾਤ ਲਈ। ਗੁਰਦੀਪ, ਜੇਕਰ ਗੱਲ ਕੀਤੀ ਜਾਵੇ ਤਾਂ ਕੀ ਕੁਝ ਜਾਣਕਾਰੀ ਹੁਣ ਤੱਕ ਦੀ ਤੁਹਾਡੇ ਕੋਲ ਆਈ ਹੈ, ਕਿਉਂਕਿ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ, ਸਵਾਲ ਵੱਡੇ ਨੇ ਕਿ ਆਖਿਰਕਾਰ ਕੀ ਇਹ ਸੋਚੀ ਸਮਝੀ ਸਾਜ਼ਿਸ਼ ਹੈਗੀ ਔਰ ਅੱਗੇ ਵੀ ਹੋਰ ਕਿੰਨਾ ਕੁ ਸੁਚੇਤ ਹੋ ਕੇ ਚੱਲਣ ਦੀ ਲੋੜ ਹੋਏਗੀ? ਜੀ ਗੁਰਜੋਤ, ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਨਾਲ ਜਾਂਚ ਅੱਗੇ ਵਧ ਰਹੀ ਹੈ, ਕਈ ਪਰਤਾਂ ਖੁੱਲ ਕੇ ਸਾਹਮਣੇ ਆ ਰਹੀ ਹੈ। ਹੁਣ ਇਹ ਮਾਮਲਾ ਸਾਹਮਣੇ ਆਇਆ, ਇੱਕ ਜਾਣਕਾਰੀ ਮਿਲੀ ਹੈ ਕਿ ਜੋ ਗਗਨਦੀਪ ਮੁੱਖ ਆਰੋਪੀ ਮੰਨਿਆ ਜਾ ਰਿਹਾ ਲੁਧਿਆਣਾ ਬੰਬ ਬਲਾਸਟ ਮਾਮਲੇ ਦਾ, ਉਹ ਸੁਖਬੀਰ ਬਾਦਲ ਦੀ ਰੈਲੀ ਜਿਹੜੀ ਖੰਨਾ ਦੇ ਵਿੱਚ ਹੋਈ ਸੀ 4 ਦਸੰਬਰ ਨੂੰ, ਉਸ ਦੇ ਵਿੱਚ ਵੀ ਗਿਆ ਸੀ। ਤੇ ਇਹ ਵੀ ਸੂਤਰਾਂ ਤੋਂ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਗਗਨਦੀਪ ਉੱਥੇ ਕਈ ਪੁਲਿਸ ਮੁਲਾਜ਼ਮਾਂ ਨਾਲ ਉੱਥੇ ਗੱਲਬਾਤ ਵੀ ਉਸਨੇ ਕੀਤੀ ਹੈ ਤੇ ਉੱਥੇ ਮੌਜੂਦ ਸੀ ਅਤੇ ਜਿਹੜੀ ਉਹਦੀ ਮਹਿਲਾ ਸਾਥੀ ਸੀ ਉਸ ਦੀ ਵੀ ਡਿਊਟੀ ਜਿਹੜੀ ਹੈ ਉੱਥੇ ਲਗਾਈ ਗਈ ਸੀ ਔਰ ਕਈ ਪਰਤਾਂ ਖੁੱਲ ਕੇ ਸਾਹਮਣੇ ਆ ਰਹੀ ਹੈ ਔਰ ਜਾਂਚ ਏਜੰਸੀਆਂ ਜਿਹੜੀਆਂ ਹੈ ਗਗਨਦੀਪ ਨਾਲ ਸੰਬੰਧ ਰੱਖਣ ਵਾਲੇ ਕਈ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਔਰ ਗਗਨਦੀਪ ਇਹ ਦਿਖਿਆ ਜਾ ਰਿਹਾ ਗਗਨਦੀਪ ਪੜ੍ਹਿਆ ਲਿਖਿਆ ਬੰਦਾ ਸੀ ਔਰ ਐਮਕਾਮ ਦੱਸੀ ਜਾ ਰਹੀ ਉਹਨੇ ਐਮਕਾਮ ਕੀਤੀ ਹੋਈ ਸੀ। ਜੇਕਰ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਵਿਦੇਸ਼ਾਂ ਦੇ ਵਿੱਚ ਬੈਠੇ ਆ, ਉਹ ਅਗਰ ਗਗਨਦੀਪ ਵਰਗੇ ਪੜ੍ਹੇ ਲਿਖੇ ਇਨਸਾਨ ਨੂੰ ਵਰਗਲਾ ਸਕਦੇ ਆ ਤਾਂ ਪੰਜਾਬ ਦੇ ਵਿੱਚ ਇਸ ਤੇ ਵੀ ਕੰਮ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਕਈ ਸਲੀਪਰ ਸੈੱਲ ਹੋ ਸਕਦੇ ਆ, ਉਸ ਦੀ ਜਾਂਚ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਗਗਨਦੀਪ ਕੋਲ ਅਗਰ ਜਿਹੜੀ ਵਿਸਫੋਟਕ ਸਮੱਗਰੀ ਗਗਨਦੀਪ ਕੋਲ ਆਈ ਸੀ ਤੇ ਪੰਜਾਬ ਦੇ ਵਿੱਚ ਕੀ ਹੋਰ ਵੀ ਕਿਤੇ ਹੋ ਸਕਦੀ ਹੈ, ਇਸ ਦੀ ਵੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਦੇ ਕੰਮ ਜਿਹੜਾ ਹੈ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਔਰ ਜੇਕਰ ਗੱਲ ਕੀਤੀ ਜਾਵੇ ਖੰਨਾ ਪੁਲਿਸ ਦੀ, ਖੰਨਾ ਪੁਲਿਸ ਵੀ ਹਰ ਕਦਮ ਜਿਹੜਾ ਹੈ ਫੂਕ ਕੇ ਰੱਖ ਰਹੀ ਹੈ ਕਿਉਂਕਿ ਖੰਨਾ ਦੇ ਵਿੱਚ ਤੈਨਾਤ ਸੀ ਔਰ ਖੰਨਾ ਦੇ ਵਿੱਚ ਹੀ ਉਸ ਦਾ ਕਈ ਜਿਹੜੇ ਪੁਲਿਸ ਮੁਲਾਜ਼ਮ ਉਹਨਾਂ ਨਾਲ ਮਨਲਾ ਵਰਤਣਾ ਸੀ ਤੇ ਐਸੇ ਕੱਲੇ ਕਈ ਪੁਲਿਸ ਮੁਲਾਜ਼ਮਾਂ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਹੇ ਜੀ ਗੱਲਬਾਤ ਉਹਨਾਂ 'ਚ ਹੋ ਰਹੀ ਸੀ। ਜਿਹੜੀ ਵਿਦੇਸ਼ੀ ਫੰਡਿੰਗ ਦੀ ਗੱਲ ਹੋਈ ਹੈ ਉਸ ਦੇ ਉੱਤੇ ਵੀ ਕਾਫੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਵੀ ਕਿਤੇ ਹੋਰ ਕਿਸੇ ਕੋਲ ਤਾਂ ਨਹੀਂ ਗਗਨਦੀਪ ਨੇ ਪੈਸੇ ਮੰਗਵਾਏ ਸੀ ਤੇ ਕਈ ਸਲੀਪਰ ਸੈੱਲ ਪੰਜਾਬ ਦੇ ਵਿੱਚ ਹੋਣ ਦਾ ਜਿਹੜਾ ਖਦਸ਼ਾ ਜਤਾਇਆ ਜਾ ਰਿਹਾ ਜਾਂਚ ਏਜੰਸੀਆਂ ਵੱਲੋਂ। ਜੀ ਗੁਰਜੋਤ ਜੀ, ठीक है, बहुत बहुत शुक्रिया गुरदीप, तमाम अपडेट दे लई, जानकारी दे लई धन्यवाद है। और कुल मिला के सवाल बड़े ने कि आखिरकार किस तरह दे नाल की कुछ हालात बने हुए ने और अगे वास्ते किन्ना कुछ सुचेत होने की लोड़ होएगी क्योंकि जदों सुखबीर बादल और दी रैली दे विच शख्स गया हैगा गगनदीप ताकि मनसूबे सीगे इस वेले ओदे कोल जाण दे, उस रैली दे विच जाण दे और महिला साथी भी जदों नाल होवे क्योंकि ओही महिला साथी जिहड़ी है ਉਹ ਉਹਦੇ ਨਾਲ ਹੋਟਲ ਦੇ ਵਿੱਚ ਵੀ 3 ਤੋਂ 4 ਘੰਟੇ ਮੌਜੂਦ ਸਨ ਔਰ ਉੱਥੇ ਹੀ ਸ਼ਾਇਦ ਉਸ ਬੰਬ ਨੂੰ ਲੈ ਕੇ ਜਿਹੜੀ ਹੈ ਕਾਰਵਾਈ ਕੀਤੀ ਗਈ ਹੋਵੇਗੀ ਜੋ ਖਦਸ਼ੇ ਪ੍ਰਗਟਾਏ ਜਾ ਰਹੇ ਨੇ। ਔਰ ਖਾਸ ਤੌਰ ਤੇ ਜਦੋਂ ਪੈਸਿਆਂ ਦੀ ਗੱਲ ਆਉਂਦੀ ਹੈ ਤਾਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਤਨੀ ਔਰ ਉਸਦੇ ਮਹਿਲਾ ਸਾਥੀ ਦੇ ਖਾਤੇ ਦੇ ਵਿੱਚ ਪੈਸੇ ਜਿਹੜੇ ਨੇ ਉਹ ਟ੍ਰਾਂਸਫਰ ਕੀਤੇ ਗਏ ਨੇ। ਸੋ ਕਈ ਤਰ੍ਹਾਂ ਦੇ ਤਾਰ ਜੁੜਦੇ ਹੋਏ ਨਜ਼ਰ ਆ ਰਹੇ ਨੇ। ਹੁਣ ਸਵਾਲ ਇੱਥੇ ਖੜਾ ਹੋ ਰਿਹਾ ਕਿ ਆਖਿਰਕਾਰ ਰੈਲੀ ਜਿਹੜੀ ਹੈ ਉਸ ਦੇ ਵਿੱਚ ਕੀ ਮਨਸੂਬਿਆਂ ਦੇ ਨਾਲ, ਕਿਹੜੇ ਮੰਤਵ ਦੇ ਨਾਲ ਗਗਨਦੀਪ ਤੇ ਉਸਦੀ ਮਹਿਲਾ ਸਾਥੀ ਪਹੁੰਚੀ ਸੀ। ਅੱਗੇ ਵਧਿਆਂ ਤੇ ਗੱਲ ਕਰਾਂਗੇ ਰਾਕੇਸ਼ ਟਕੈਤ ਦੀ ਔਰ ਵੱਡੀ ਖਬਰ ਹੈ ਰਾਕੇਸ਼ ਟਕੈਤ ਐਕਸਕਲੂਸਿਵ ਗੱਲਬਾਤ ਕਰਦੇ ਨਜ਼ਰ ਆਏ ਤਾਂ ਕਿਸਾਨ ਆਗੂ ਰਾਕੇਸ਼ ਟਕੈਤ ਦਾ ਵੱਡਾ ਬਿਆਨ ਉਸ ਦੇ ਵਿੱਚ ਸਾਹਮਣੇ ਆਇਆ ਹੈ। ਚੋਣਾਂ ਲੜਨ ਦੇ ਵਾਲੇ ਐਮਐਸਪੀ ਕਮੇਟੀ ਦੇ ਵਿੱਚ ਨਹੀਂ ਰਹਿਣਗੇ। ਇੱਕ ਵੱਡਾ ਬਿਆਨ ਰਾਕੇਸ਼ ਟਕੈਤ ਨੇ ਦਿੱਤਾ। ਐਮਐਸਪੀ ਕਮੇਟੀ ਜਿਹੜੀ ਹੈ ਉਹ ਬਣਾਈ ਗਈ ਹੈ ਤਾਂ ਚੋਣਾਂ ਲੜਨ ਵਾਲੇ ਐਮਐਸਪੀ ਕਮੇਟੀ ਦੇ ਵਿੱਚ ਨਹੀਂ ਰਹਿਣਗੇ। ਐਮਐਸਪੀ ਕਮੇਟੀ ਦੇ ਵਿੱਚ ਰਾਜੇਵਾਲ ਤੇ ਚੜੂਨੀ ਵੀ ਸ਼ਾਮਿਲ ਨੇ। 5 ਮੈਂਬਰ ਬਣਾਏ ਗਏ ਸਨ ਉਸ ਕਮੇਟੀ ਦੇ ਔਰ ਉਸ ਦੇ ਵਿੱਚ ਰਾਜੇਵਾਲ ਵੀ ਮੁੱਖ ਮੈਂਬਰ ਨੇ ਤੇ ਗੁਰਨਾਮ ਚੜੂਨੀ ਵੀ ਔਰ ਦੋਵੇਂ ਚੋਣਾਂ ਲੜ ਰਹੇ ਨੇ। ਰਾਜੇਵਾਲ ਸੰਯੁਕਤ ਸਮਾਜ ਮੋਰਚਾ ਦਾ ਚਿਹਰਾ ਹਨ ਔਰ ਚੋਣਾਂ ਤੱਕ ਕਿਸਾਨਾਂ ਨੂੰ 4 ਮਹੀਨਿਆਂ ਦੀ ਛੁੱਟੀ ਦਿੱਤੀ ਹੋਈ ਹੈ। ਰਾਕੇਸ਼ ਟਕੈਤ ਦਾ ਇਹ ਕਹਿਣਾ ਹੈ ਕਿ ਚੋਣਾਂ ਲੜੀਆਂ ਜਾਣ ਔਰ 4 ਮਹੀਨੇ
ਮਹੀਨਿਆਂ ਦੀ ਛੁੱਟੀ ਤੇ ਗਏ ਹੋਏ ਨੇ ਕਿਸਾਨ। ਹਾਲਾਂਕਿ ਕਿਸਾਨਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਜੇ ਵੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹਾਂ ਅਸੀਂ, ਔਰ ਅਜੇ ਵੀ ਅਸੀਂ ਹੱਕਾਂ ਦੀ ਲੜਾਈ ਲੜਦੇ ਰਵਾਂਗੇ, ਪਰ ਦੂਜੇ ਪਾਸੇ ਅਸੀਂ ਚੋਣਾਂ ਵੀ ਲੜਾਂਗੇ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਰਾਕੇਸ਼ ਟਕੈਤ ਦਾ ਬਿਆਨ ਸਾਹਮਣੇ ਆਇਆ ਕਿ ਆਖਿਰਕਾਰ 4 ਮਹੀਨਿਆਂ ਦੀ ਛੁੱਟੀ ਤੇ ਗਏ ਹੋਏ ਨੇ ਔਰ ਕਮੇਟੀ ਦਾ ਹਿੱਸਾ ਨਹੀਂ ਰਹਿਣਗੇ ਜਿਹੜੇ ਕਿਸਾਨ ਚੋਣ ਲੜ ਰਹੇ ਨੇ। ਉਸ ਤੋਂ ਬਾਅਦ ਹੁਣ ਵੇਖਾਂਗੇ ਕੀ ਕਰਨਾ ਹੈਗਾ, ਟਕੈਤ ਦਾ ਕਹਿਣਾ ਹੈ। ਔਰ ਗੁਰਨਾਮ ਚੜੂਨੀ ਨੇ ਆਪਣੀ ਪਾਰਟੀ ਦਾ ਐਲਾਨ ਕੀਤਾ ਹੋਇਆ। ਦਰਅਸਲ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਲਈ ਸਰਕਾਰ ਤੇ ਕਿਸਾਨਾਂ ਦੇ ਦਰਮਿਆਨ ਬਣੀ ਐਮਐਸਪੀ ਕਮੇਟੀ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਦਾ ਵੀ ਨਾਂ ਸ਼ਾਮਿਲ ਹੈ। ਇਸ ਕਮੇਟੀ ਦੇ ਵਿੱਚ 5 ਨਾਂ ਨੇ, ਅਸ਼ੋਕ ਡਾਲਵੇ, शिव कुमार कक्का, गुरनाम चड़ूनी, युद्धवीर सिंह ते बलबीर राजेवाल। और एक्सक्लूसिव गलबात की है और बयान जिहड़ा है दिता गया। सब आज आप यहाँ पर आए हैं, किसान आंदोलन खत्म हुआ है, मांगे हो गई है पूरी, आगे की रणनीति पूरी कहाँ हुई मांगे? आंदोलन स्थगित हुआ है समझौते के आधार पे। अभी तो एमएसपी की कमेटी की बात है, वो कमेटी नहीं उन्होंने बनाई अभी तो और बहुत से सवाल है। एक दूध की पॉलिसी लेकर आ रहे हैं ये, अभी उस पर कोई बातचीत नहीं कर रहे हैं। वो पॉलिसी लेकर आएंगे, ऑस्ट्रेलिया से कई जगह से वो पॉलिसी है, उसका दूध के किसानों पे क्या फर्क पड़ेगा उस पर जब तक बातचीत नहीं होगी, वो इशू है। बिजली अमेंडमेंट बिल है, बहुत से सवाल है, सरकार बैठ के बातचीत करे उन सब पे। लेकिन साहब 22 किसान जो है नेता वो चुनाव लड़ रहे हैं, 22 किसान नेता किस तरह से देखते? भाई वहां से तो छुट्टी पाए थे ये, अब छुट्टी पे आने के आदमी क्या काम करने लगे उसकी तो जिम्मेदारी है नहीं। 4 महीने की छुट्टी थी इनकी। आप किस तरह से देखते हैं, किस तरह से उसका असर क्या पड़ेगा? ये देख रहे कि तो 4 महीने बाद में पता चलेगा। बिल्कुल। हाँ, सर एमएसपी पर अभी कमेटी नहीं बनी, ऐसे में किसान नेता चुनाव लड़कर संघर्ष को कमजोर नहीं बना रहे, आपको लगता है? हम ये कह रहे कि हम देश का किसान वोट भी दे रहा है, ये वोट मांगने जा रहे हैं सब पॉलिटिकल पार्टी वाले वही, तो जो लड़ रहा उससे मतलब नहीं है ना। कमेटी भारत सरकार बनाए, कमेटी में वे लोग रहेंगे जो चुनाव नहीं लड़ रहे। क्या राकेश टिकैत यूपी चुनाव लड़ेंगे? नहीं, हम तो नहीं चुनाव लड़ रहे, ना कोई परिवार में से लड़ रहा, ये कंफर्म पक्का कंफर्म है। इलेक्शन पंजाब में है, आप लगातार दौरे भी कर रहे हैं, निर्मल सिद्धू जी भी लगातार लगे हुए हैं, किसान आंदोलन में भी इन्होंने बड़ा काम किया। किस तरह से देखते हैं इलेक्शंस को लेकर, क्योंकि अब पंजाब की अगर हम बात करें, यूपी में भी इलेक्शन है, यहाँ भी जोर तोड़ चल रहा है। किस तरह से देखते हैं किसान नेता, कई चुनाव लड़ रहे हैं, कई दूसरी पार्टियों में जाने की बात चल रही है, तो कहीं ना कहीं इसमें हम तो इससे बाहर है चुनावी सिस्टम से। और किसी को कहाँ जाना वो सलाह मशवरा ना हमारा है, ना हम किसी को देना चाहते हैं। उनका इंडिपेंडेंट अपना फैसला है, तो अपना फैसला भाई खुद करो। तो यानी कि आपका कहना है राकेश टिकैत जी कि और भी कई पॉलिटिकल चीज, से दूर रहेंगे हम पूर्ण रूप से, यानी कि पॉलिटिकल आप इंटरफेयर नहीं करेंगे, किसी का नहीं करेंगे, हम दूर रहेंगे पूर्ण। यानी आप न्यूज 18 पे बोल रहे हैं, ऐलान कर रहे हैं। हाँ, ऐलान करें, हम तो बगल रहेंगे सिस्टम से भाई। अच्छा। हाँ, सिस्टम से। क्योंकि ये ऐलान पहले भी कई लीडर्स ने कहा था कि हम किसी तरह का कोई चुनाव नहीं लड़ेंगे। अब देखिए 22 नेता किसानी जो, हाँ 22 नेता आगे छुट्टी पे गए थे, अब छुट्टी पे जाकर कौन आदमी क्या कर रहा उसकी तो हमारी जिम्मेदारी है नहीं। छुट्टी पे जाके उन्होंने पूरा मतलब भाई कुछ आप यहाँ से छुट्टी से जाओ चैनल सर, अपने घर पर आप क्या करोगे, तो उसकी तो जिम्मेदारी छुट्टी की। ਜਿਹੜਾ ਰਾਠੀ ਹੋਰਾਂ ਨਾਲ ਗੱਲਬਾਤ ਕੀਤੀ ਹੈ, ਪਰ ਫਿਰ ਖੁਦ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਰਾਕੇਸ਼ ਟਕੈਤ, ਕਿਸਾਨ ਆਗੂ ਨੇ। ਟਕੈਤ ਸਾਹਿਬ ਕੀ ਕਹੋਗੇ ਜੋ ਇਹ 2022 ਨੂੰ ਲੈ ਕੇ ਚੋਣਾਵੀ ਮਾਹੌਲ ਤੁਸੀਂ ਵੇਖ ਪਾ ਰਹੇ ਹੋ ਔਰ ਖੁਦ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ, ਪਰ ਇੱਕ ਖਾਸ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਉਹ ਜਿਹੜੇ ਕਿਸਾਨ ਚੋਣਾਂ ਲੜ ਰਹੇ ਨੇ ਤਾਂ ਉਹ ਕਮੇਟੀ ਦਾ ਹਿੱਸਾ ਨਹੀਂ ਰਹਿਣਗੇ ਜੋ 5 ਮੈਂਬਰੀ ਬਣਾਈ ਗਈ ਸੀ। चुनाव लड़ रहे हैं एक किस्म से, वे किसान आ रहे छुट्टी पे जत्थेबंदी, और अभी जो 5 लोगों की जो कमेटी बनाई गई वो एमएसपी पे कमेटी नहीं है जी। एमएसपी पे कमेटी तो भारत सरकार को कहा कि एमएसपी पे कमेटी बनाओ, उसमें और लोग उस कमेटी में रहेंगे, ये है। और ये 15 तारीख तक हम पूर्ण रूप से डिसाइड इसमें करेंगे कि भारत सरकार अभी क्या कर रही है जी। उसने अभी एमएसपी पे कमेटी नहीं बनाई, और चुनाव लड़ रहे हैं उनका व्यक्तिगत फैसला है। एसकेएम तो चुनाव नहीं लड़ रही, लेकिन कोई भी व्यक्ति है देश में चुनाव लड़ सकता है।
ਤੁਸੀਂ ਸਪੋर्ट ਕਰਦੇ ਹੋ ਜਾਂ ਵਿਰੋਧ ਕਰਦੇ ਹੋ ਟਕੈਤ ਸਾਹਿਬ? नहीं नहीं, हम क्यों विरोध करेंगे किसी का? जब हम किसी का सपोर्ट नहीं कर रहे तो विरोध करने का भी हमारा कोई हक नहीं है। ਨਹੀਂ उनका ਫੈਸਲਾ ਤੁਹਾਨੂੰ व्यक्तिगत वो है मामला, व्यक्तिगत चुनाव लड़ो, हम चुनाव से दूर हैं। ਤਜਰਬੇਕਾਰ ਹੋ ਤੁਸੀਂ, ਅੰਦੋਲਨਾਂ ਦੇ ਵਿੱਚ ਪੂਰਨ ਤੌਰ ਤੇ ਅੱਗੇ ਰਹੇ ਹੋ, ਅਗਵਾਈ ਕੀਤੀ ਹੈ, ਹੁਣ ਵੀ ਵੇਖਿਆ ਸੀ ਕਿਸ ਤਰ੍ਹਾਂ ਦੇ ਨਾਲ ਇਹ ਸਾਰਾ ਇੱਕ ਸਾਲ ਜਿਹੜਾ ਮੋਹਰੇ ਹੋ ਕੇ ਤੁਸੀਂ ਚੱਲੇ ਹੋ। ਪਰ ਜੇਕਰ ਗੱਲ ਕੀਤੀ ਜਾਵੇ ਤੁਹਾਨੂੰ ਫੈਸਲਾ ਸਹੀ ਲੱਗਦਾ ਹੈ ਗਲਤ ਲੱਗਦਾ ਹੈ, ਜੇਕਰ ਤੁਹਾਡੀ ਨਿੱਜੀ ਰਾਏ ਦੀ ਗੱਲ करिए? कहते व्यक्तिगत फैसला नहीं होता किसी से, जो लड़ रहे हैं अब उसको ये कहने लगे कि इन्होंने ठीक नहीं करा, तो वो भी हमारा वो नहीं है, ये व्यक्तिगत फैसला है, एसकेएम का फैसला नहीं है, व्यक्तिगत है उनका। और किसी का व्यक्तिगत फैसले पे कोई कंट्रोवर्सी करना, उसको गलत और सही ठहराना, वो ठीक चीज नहीं है। अगर लगता है आपको कि जीत हासिल होगी, क्योंकि वो पूर्ण तौर से नहीं, बिल्कुल लगे हुए हैं भाई, जीत का आएंगे तो वहाँ पे काम करेंगे, उसके अंदर इनको लगता है कि वहाँ पे हम ज्यादा बेहतर काम कर सकते हैं, जी, तो बिल्कुल है, लड़ना चाहिए चुनाव जो लोग लड़ रहे हैं। ये इनका एक सवाल- व्यक्तिगत फैसला है, हमारा नहीं है। एक सवाल और है, अगर जो 5 मेंबर की कमेटी पहले बनाई है वो जो की त्यों रहेगी या उसमें भी कुछ बदलाव किए जाएंगे? जिसमें नहीं, राज्यपाल अभी है, तो गुरनाम कमेटी जरूरी। वो है नहीं ना, वो कमेटी तो जब दिल्ली का फैसला था वो कमेटी उस तक थी, अच्छा, अभी तो 15 तारीख में रहेंगे और फिर सरकारों से फिर बातचीत होगी, तो क्योंकि जो लोग चुनाव में चले गए वो शायद उस कमेटी में ना रहे, क्योंकि वो फैसला वहीं पे ही होगा, जो लोग 15 तारीख में जाएंगे, कौन कौन जाएंगे, तो वहाँ पे ही हम बातचीत करेंगे। मतलब आप कह रहे हैं कि उस कमेटी का भी कोई वो नहीं है, वो वहां तक थी जब तक आंदोलन खत्म हुआ है? आंदोलन था, अभी एमएसपी पे उस पर कमेटी बननी है, तो उसमें तो दूसरे लोग रहेंगे कमेटी में ज्यादा। जी, और एमएसपी की जो कमेटी बनेगी उसके मेंबर नहीं हो सकते वो लोग जो चुनावी माहौल में उतर चुके हैं? कोशिश यही रहेगी कि दूसरे लोग उसमें जाएं। इसके अलावा आप क्या कहेंगे, क्या कुछ जो मांगे रह गई हैं उसको लेकर किस तरह से मांगे रहेगी, देखा सरकार जाए? उन मांगों पर काम करे। और जैसे पंजाब में मामला है, पंजाब में कर्जा माफ सरकार करे, भारत सरकार को उस पर काम करना चाहिए। देश के प्रधानमंत्री आ रहे, वो करना चाहिए। जो लोग जेलों में यहाँ पे बंद हैं, जी, पुराने लोग जो जेलों के अंदर यहाँ बंद हैं, उन लोगों को रिहा करें, उनको छोड़ दें, ये हमारी एक बड़ी डिमांड है। 5 जनवरी को दौरा है प्रधानमंत्री जी का, आपको लगता हाँ, है तो कुछ बिल्कुल खास हमको ऐलान ये है किया कि जाएगा? घोषणा करे प्रधानमंत्री जी उसकी। हाँ, हाँ, जो बंदे हैं हमारे वे रिहा करो उनको पूर्ण रूप से। अच्छा, कुछ आखिर में एक सवाल है टिकैत साहब, जो कुछ लोग हैं किसान जथेबंदियों के आगू हैं वो खिलाफत कर रहे हैं 22 किसान जथेबंदियों की कि उन्होंने गलत किया जो चुनावी माहौल में उतर कर नहीं, चलो खिलाफत नहीं करनी चाहिए, आपस में नहीं करना चाहिए भाई। किसी को लड़ना है वो लड़ लो, किसी को नहीं लड़ना तो क्यों किसी की खिलाफत करो। जब हम सपोर्ट नहीं कर रहे तो खिलाफत भी नहीं करनी चाहिए, नहीं करनी चाहिए, ठीक है ना। उनका व्यक्तिगत फैसला है, जब वोट देने का अधिकार सबको है तो चुनाव लड़ने का भी अधिकार है। यूपी में ऐसा कुछ नहीं है? नहीं, बस हम नहीं जाएंगे चुनाव में, नहीं जाएंगे हम किसी के। अच्छा, किसी अगर किसानों की बात की जाए तो ठीक है, बहुत बहुत शुक्रिया, शायद वो कट गए ने फोन, और ਧੰਨਵਾਦ ਹੈ ਟਿਕੈਤ ਸਾਹਿਬ ਜੁੜਨ ਦੇ ਲਈ ਤੁਹਾਡਾ। ਸੋ ਕੁੱਲ ਮਿਲਾ ਕੇ ਉਹਨਾਂ ਦਾ ਇਹੀ ਕਹਿਣਾ ਕਿ ਆਖਿਰਕਾਰ ਚੋਣਾਂ ਲੜਨ ਵਾਲਿਆਂ ਤੇ ਨਾ ਹੀ ਖਿਲਾਫਤ ਹੋਣੀ ਚਾਹੀਦੀ ਹੈ, ਨਾ ਹੀ ਵਿਰੋਧ ਹੋਣਾ ਚਾਹੀਦਾ ਹੈ। ਔਰ ਕੁੱਲ ਮਿਲਾ ਕੇ ਅਸੀਂ ਕਿਸੇ ਦੀ ਖਿਲਾਫਤ ਵੀ ਨਹੀਂ ਕਰਦੇ, ਨਾ ਹੀ ਵਿਰੋਧ ਕਰਦੇ ਆ, ਨਾ ਹੀ ਸਮਰਥਨ ਕਰਦੇ ਆ। ਚੋਣਾਂ ਲੜਨ ਵਾਲੇ ਐਮਐਸਪੀ ਕਮੇਟੀ ਦੇ ਵਿੱਚ ਪਰ ਸ਼ਾਮਿਲ ਨਹੀਂ ਰਹਿਣਗੇ, ਕਮੇਟੀ ਦੇ ਵਿੱਚ ਨਹੀਂ ਰਹਿਣਗੇ। ਔਰ ਹੁਣ ਜਿਹੜੀ 5 ਮੈਂਬਰੀ ਕਮੇਟੀ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਅਸ਼ੋਕ ਡਾਲਵੇ, ਸ਼ਿਵ ਕੁਮਾਰ ਕੱਕਾ, ਗੁਰਨਾਮ ਚੜੂਨੀ, ਯੁੱਧਵਰ ਸਿੰਘ ਤੇ ਬਲਬੀਰ ਰਾਜੇਵਾਲ, ਉਹਨਾਂ ਦਾ ਕਹਿਣਾ ਸੀ ਕਿ ਉਹ ਉਦੋਂ ਤੱਕ ਕਮੇਟੀ ਸੀ ਜਦੋਂ ਤੱਕ ਅੰਦੋਲਨ ਖਤਮ ਨਹੀਂ ਸੀ ਹੋਇਆ। ਉਸ ਦੇ ਲਈ ਉਹ ਕਮੇਟੀ ਬਣਾਈ ਗਈ ਸੀ ਕਿ ਸਰਕਾਰ ਨਾਲ ਰਾਬਤਾ ਕਰੇਗੀ, ਪਰ ਹੁਣ ਉਸ ਕਮੇਟੀ ਦਾ ਕੋਈ ਵਜੂਦ ਜਿਹੜਾ ਹੈ ਉਹ ਨਹੀਂ ਹੈਗਾ। ਪਰ ਖਾਸ ਤੌਰ ਤੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਨਾਲ ਇਸ ਐਲਾਨ ਨੂੰ ਵੇਖਿਆ ਜਾ ਰਿਹਾ। ਫੋਨ ਲਾਈਨ ਤੇ ਬੀਕੇਯੂ ਚੜੂਨੀ ਤੋਂ ਸਾਡੇ ਨਾਲ ਪ੍ਰਿੰਸ ਵੜੈਚ ਹੋਰੀ ਨੇ। ਪ੍ਰਿੰਸ ਸਾਹਿਬ, ਤੁਸੀਂ ਕੀ ਕਹੋਗੇ ਅਗਰ ਜਿਸ ਤਰ੍ਹਾਂ ਦੇ ਨਾਲ ਟਕੈਤ ਸਾਹਿਬ ਦਾ ਕਹਿਣਾ ਹੈ ਕਿ ਐਮਐਸਪੀ ਤੇ ਜਿਹੜੀ ਕਮੇਟੀ ਬਣਨੀ ਹੈ ਉਸ ਦੇ ਮੈਂਬਰ ਉਹ ਲੋਕ ਨਹੀਂ ਹੋਣਗੇ ਜਿਹੜੇ ਕਿ ਚੋਣਾਂ ਲੜ ਰਹੇ ਨੇ? ਦੇਖੋ, ਇਹਦੇ ਵਿੱਚ ਇੱਕ ਵੇਖਣ ਵਾਲੀ ਗੱਲ ਹੈ ਕਿ ਜੋ ਚੋਣਾਂ ਲੜ ਰਹੇ ਨੇ ਤੇ ਫਿਰ ਇਸ ਹਿਸਾਬ ਨਾਲ ਤਾਂ ਰਕੇਸ਼ ਟਿਕੈਤ ਜੀ ਖੁਦ 2 ਚੋਣਾਂ ਲੜ ਚੁੱਕੇ ਨੇ, ਐਮਪੀ ਦੀ ਵੀ ਤੇ ਐਮਐਲਏ ਦੀ ਵੀ। ਸੋ ਇਸ ਤੋਂ ਪਹਿਲਾਂ ਤੇ ਉਹਨਾਂ ਨੂੰ ਖੁਦ ਬਿਆਨ ਦੇਣ ਤੋਂ ਪਹਿਲਾਂ ਥੋੜਾ ਸੋਚਣਾ ਚਾਹੀਦਾ ਹੈ। ਜਿੱਥੇ ਤੱਕ ਐਸਕੇਐਮ ਦੀ ਗੱਲ ਹੈ ਤੇ ਐਸਕੇਐਮ 4 ਮੁੱਦਿਆਂ ਤੇ ਬਣਿਆ ਸੀ ਤੇ ਵੀਐਮ ਸਿੰਘ ਦੀ ਅਧਿਕਸ਼ਤਾ 'ਚ ਬਣਿਆ ਸੀ ਤੇ ਵੀਐਮ ਸਿੰਘ ਦੀ ਖੁਦ ਆਪਣੀ ਪਾਰਟੀ ਸੀ। ਉਹ ਜਿਹੜੇ 4 ਮੁੱਖ ਮੁੱਦੇ ਸੀ, 3 ਕਾਨੂੰਨਾਂ ਨੂੰ ਵਾਪਸ ਕਰਾਉਣਾ, ਐਮਐਸ ਤੇ ਉਹਦਾ ਬਿਜਲੀ ਵਿਧੇਇਕ ਵਾਪਸ ਕਰਵਾਉਣਾ, ਪਰਾਲੀ ਦੀ ਜਿਹੜੀ ਸਮੱਸਿਆ ਸੀ ਪ੍ਰਦੂਸ਼ਣ ਦੀ ਉਹਦੇ ਤੋਂ ਕਿਸਾਨਾਂ ਨੂੰ ਬਾਹਰ ਕੱਢਣਾ ਤੇ ਐਮਐਸਪੀ ਦੀ ਗਰੰਟੀ,
ਉਹਨਾਂ ਤੋਂ ਇਲਾਵਾ ਅਗਰ ਕੋਈ ਆਪਣੀ ਰਾਜਨੀਤਿਕ ਧਿਰ ਚਲਾਉਂਦਾ ਜਾਂ ਕੋਈ ਕੰਮ ਕਰਦਾ, ਉਹ ਐਸਕੇਐਮ ਦੇ ਅੰਡਰ ਨਹੀਂ ਆਉਂਦਾ, ਉਹ ਆਪਣਾ ਸੁਤੰਤਰ ਹੋ ਕੇ ਚਲਾ ਸਕਦਾ ਹੈ। ਸੋ ਇਹਦੇ 'ਚ ਜਿਹੜਾ ਉਹਨਾਂ ਦਾ ਬਿਆਨ ਹੈ, ਉਹ ਜਾਣਦੇ ਨੇ ਉਹਨਾਂ ਕਿਸ ਤਰੀਕੇ ਨਾਲ ਦਿੱਤਾ ਹੈ। ਕਿਵੇਂ ਸਮਝਦੇ ਹੋ ਕਿ ਕਿਵੇਂ ਕੀ ਲੱਗਦਾ ਤੁਹਾਨੂੰ ਕਿ ਕਿਉਂ ਬਿਆਨ ਦਿੱਤਾ ਗਿਆ? ਜੀ ਦੇਖੋ, ਇਹ ਤਾਂ ਟਿਕੈਤ ਸਾਹਿਬ ਵੀ ਦੱਸ ਸਕਦੇ ਨੇ ਉਹਨਾਂ ਨੇ ਕਿਉਂ ਬਿਆਨ ਦਿੱਤਾ ਹੈ। ਸਾਡੀ ਤਾਂ ਕਿਉਂ? ਉਹ ਪ੍ਰਤੀਕਿਰਿਆ ਖੁਦ ਦੇ ਕਹਿ ਕੋਈ ਰਹੇ ਨੇ ਖਾਸ ਪ੍ਰਿੰਸ ਸਾਹਿਬ, ਉਹ ਖੁਦ ਕਹਿ ਰਹੇ ਨੇ ਕਿ ਮੈਂ ਤਾਂ ਚੋਣ ਲਈ ਨਹੀਂ ਲੜਨੀ ਹੈ ਯੂਪੀ ਦੇ ਵਿੱਚ, ਮੇਰਾ ਕੋਈ ਇਰਾਦਾ ਨਹੀਂ ਹੈ ਨਾ ਅੱਗੇ ਨਾ ਹੁਣ। ਨਹੀਂ, ਉਹ ਪਹਿਲਾਂ ਲੜ ਚੁੱਕੇ ਨੇ ਨਾ, ਉਹ ਐਮਪੀ ਦੇ ਵੀ ਲੜ ਚੁੱਕੇ ਨੇ, ਐਮਐਲਏ ਦੇ ਵੀ ਲੜ ਚੁੱਕੇ ਨੇ। ਫਿਰ ਜਿਹੜਾ ਕੰਮ ਉਹ ਕਰ ਚੁੱਕੇ ਨੇ, ਉਹ ਦੂਸਰੇ ਨੂੰ ਗਲਤ ਕਿਉਂ ਠਹਿਰਾ ਰਹੇ ਨੇ ਉਸੇ ਕੰਮ ਲਈ? ਅਗਰ ਚੋਣ ਲੜਨਾ ਪਾਪ ਹੈ ਤੇ ਉਹਨਾਂ ਨੇ ਉਹ ਪਾਪ ਕਿਉਂ ਕੀਤਾ? ਨਹੀਂ, ਉਹ ਖਿਲਾਫਤ ਨਹੀਂ ਕਰ ਰਹੇ। ਮੈਂ ਉਹਨਾਂ ਨੂੰ 2 ਵਾਰ ਪੁੱਛਿਆ, ਇਵਨ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਖਿਲਾਫਤ ਕਰਦੇ ਹੋ, ਸਮਰਥਨ ਕਰਦੇ ਹੋ, ਕਹਿੰਦੇ ਨਾ ਮੈਂ ਖਿਲਾਫਤ ਕਰਦਾ, ਜੋ ਖਿਲਾਫਤ ਕਰਦਾ ਉਹ ਵੀ ਗਲਤ ਹੈ, ਕਿਉਂਕਿ ਕੁਝ ਜਥੇਬੰਦੀਆਂ ਪੰਜਾਬ 'ਚ ਕਰ ਰਹੀਆਂ ਨੇ ਖਿਲਾਫਤ, ਉਹਨਾਂ ਦਾ ਕਹਿਣਾ ਕਿ ਉਹ ਵੀ ਗਲਤ ਹੈ। ਜੀ, तो ਇਹ ਤਾਂ ਇੱਕ ਐਸਕੇਐਮ ਨੇ ਦੇਖੋ ਫੈਸਲਾ ਲੈਣਾ ਹੈ ਕਿ ਕਿਹੜੀ ਮੈਂਬਰ ਆਪਾਂ ਐਮਐਸਪੀ ਲਈ ਕਮੇਟੀ ਬਣਦੀ ਹੈ, ਉਹ ਬਾਅਦ ਦੀ ਗੱਲ ਹੈ। ਇਹ ਟਿਕੈਤ ਸਾਹਿਬ ਦਾ ਕੋਈ ਨਿੱਜੀ ਬਿਆਨ ਹੋ ਸਕਦਾ, ਇਹਦੇ ਤੇ ਕੁਝ ਖਾਸ ਪ੍ਰਤੀਕਿਰਿਆ ਸਾਡੀ ਇਹੋ ਜੀ ਨਹੀਂ ਹੈ। ਟਿਕੈਤ ਸਾਹਿਬ ਨੇ ਕਿਸ ਰੋਸ਼ਨੀ 'ਚ ਬਿਆਨ ਦਿੱਤਾ? ਜਿੱਥੇ ਤੱਕ ਚੋਣਾਂ ਦੀ ਗੱਲ ਹੈ, ਸਾਡਾ ਸਟੈਂਡ ਕਲੀਅਰ ਹੈ। ਟਿਕੈਤ ਸਾਹਿਬ ਖੁਦ ਵੀ ਚੋਣ ਲੜ ਚੁੱਕੇ ਨੇ ਤੇ ਜ਼ਿਆਦਾਤਰ ਜਥੇਬੰਦੀਆਂ ਜਿਹੜੀਆਂ ਨੇ ਐਸਕੇਐਮ ਦੀਆਂ, ਉਹ ਸਭ ਚੋਣਾਂ ਲੜਦੀਆਂ ਨੇ। ਜਿੰਨੇ ਆਗੂ ਨੇ, ਚਾਹੇ ਉਹ ਕਮਿਊਨਿਸਟ ਸੰਗਠਨ ਹੋਣ ਜਾਂ ਯੋਗਿੰਦਰ ਯਾਦਵ ਜੀ ਹੋਣ, ਉਹ ਖੁਦ ਚੋਣ ਲੜ ਚੁੱਕੇ ਨੇ, ਉਹਨਾਂ ਦੀ ਆਪਣੀ ਰਾਜਨੀਤਿਕ ਧਿਰ ਹੈ। ਸੋ ਠੀਕ ਹੈ, ਸ਼ੁਕਰੀਆ ਵੜੈਚ ਸਾਹਿਬ ਜੁੜਨ ਦੇ ਲਈ, ਧੰਨਵਾਦ ਹੈ। ਔਰ ਅਗਰ ਚੁਰੂਨੀ ਜਥੇਬੰਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਕਿ ਇਹ ਬਿਆਨ ਜਿਹੜਾ ਹੈ ਉਹ ਉਹੀ ਦੱਸ ਸਕਦੇ ਨੇ ਕਿਸ ਤਰ੍ਹਾਂ ਦੇ ਨਾਲ ਦਿੱਤਾ, ਪਰ ਗਲਤ ਹੈ ਜੇਕਰ ਬਿਆਨ ਦਿੱਤਾ ਗਿਆ, ਕਿਉਂਕਿ ਖੁਦ ਵੀ ਚੋਣ ਲੜ ਚੁੱਕੇ ਨੇ। ਐਮਪੀ ਦੀ ਔਰ ਐਮਐਲਏ ਦੀ 2 ਵਾਰ ਚੋਣ ਉਹਨਾਂ ਦੇ ਵੱਲੋਂ ਲੜੀ ਜਾ ਚੁੱਕੀ ਹੈ। ਔਰ ਰਾਕੇਸ਼ ਟਕੈਤ ਕਿਉਂਕਿ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹ ਐਮਐਸਪੀ ਦੀ ਕਮੇਟੀ ਦਾ ਮੈਂਬਰ ਨਹੀਂ ਹੋਵੇਗਾ। ਜਿਹੜਾ ਵੀ ਕਿਸਾਨ ਆਗੂ ਚੋਣ ਲੜ ਰਿਹਾ ਹੈ, ਜਿਨ੍ਹਾਂ ਦੇ ਵੱਲੋਂ ਵੀ ਚੋਣ ਜਿਹੜੀ ਹੈ ਉਹ ਲੜੀ ਜਾ ਰਹੀ ਹੈ, ਸੋ ਉਸ ਦਾ ਹਿੱਸਾ ਨਹੀਂ ਬਣ ਸਕਦੇ ਜੋ ਕਮੇਟੀ ਐਮਐਸਪੀ ਦੇ ਲਈ ਬਣਾਈ ਜਾਵੇਗੀ। ਹਾਲਾਂਕਿ ਅਜੇ ਉਹ ਕਮੇਟੀ ਨਹੀਂ ਬਣੀ ਹੈ, ਪਰ ਖਾਸ ਤੌਰ ਤੇ ਜੇਕਰ ਸਿੱਧੇ ਤੌਰ ਤੇ ਗੱਲ ਕਰਦੇ ਹਾਂ ਤਾਂ ਇਸ ਵੇਲੇ ਰਾਕੇਸ਼ ਟਕੈਤ ਜਿਹੜੇ ਨੇ ਉਹ ਲਗਭਗ ਖਿਲਾਫਤ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਉਹ ਕਿਸਾਨ ਆਗੂ 4 ਮਹੀਨੇ ਦੀ ਛੁੱਟੀ ਤੇ ਨੇ ਤੇ ਉਸ ਡਿਸੀਜਨਸ ਦੇ ਵਿੱਚ ਉਹ ਕਮੇਟੀ ਦਾ ਹਿੱਸਾ ਨਹੀਂ ਹੋ ਸਕਦੇ। ਸੋ ਲਗਾਤਾਰ ਖਬਰਾਂ ਚੱਲਦੀਆਂ ਰਹਿਣਗੀਆਂ, ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਦੇ ਹਾਂ।